ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਖਬਰਾਂ ਦੀ ਸ਼ੁਰੂਆਤ ਲੁਧਿਆਣੇ ਤੋਂ ਕਰਾਂਗੇ ਕਿਉਂਕਿ ਅਦਾਲਤ ਦੇ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ। ਉਸ ਤੋਂ ਬਾਅਦ ਰਾਜਨੀਤੀ ਦੀ ਗੱਲ ਕਰਾਂਗੇ। ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆ ਗਏ ਨੇ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ, ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅੱਜ ਲੁਧਿਆਣਾ ਵਿੱਚ ਬੰਬ ਧਮਾਕਾ ਹੋਇਆ। ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਸੋਸ਼ਲ ਮੀਡੀਆ ਤੇ ਵੱਖਰੀ ਤਰ੍ਹਾਂ ਦੀ ਚਰਚਾ ਚੱਲਦੀ ਪਈ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ। ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਤੋਂ ਪਹਿਲਾਂ ਬੇਅਦਬੀਆਂ ਵੀ ਹੋਈਆਂ। ਬੇਅਦਬੀਆਂ ਹੋਣ ਜਾਂ ਲੁਧਿਆਣੇ ਦਾ ਬੰਬ ਧਮਾਕਾ ਹੋਵੇ ਜੀ, ਵੇਖਣ ਨੂੰ ਦੋ ਗੱਲਾਂ ਅੱਡੋ ਅੱਡ ਲੱਗਦੀਆਂ। ਉਹ ਧਾਰਮਿਕ ਮੁੱਦਾ, ਸਿੱਖਾਂ ਦੀਆਂ ਭਾਵਨਾਵਾਂ ਨਾਲ, ਸਿੱਖਾਂ ਦੀ ਸ਼ਰਧਾ ਤੇ ਸਤਿਕਾਰ ਨਾਲ ਜੁੜਿਆ ਮੁੱਦਾ। ਜੀ, ਇਹ ਮੁੱਦਾ ਲੋਕਾਂ ਦੇ ਜਾਨ ਮਾਲ ਨਾਲ ਜੁੜਿਆ। ਜਿਹੜਾ ਬੇਅਦਬੀ ਦਾ ਦੋਸ਼ੀ ਸੀ ਉਹਨੂੰ ਲੋਕਾਂ ਨੇ ਕੁੱਟ-ਕੁੱਟ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਜੀ, ਇੱਥੇ ਜਿਹੜਾ ਬੰਦਾ ਲੈ ਕੇ ਆਇਆ ਬੰਬ ਫਿੱਟ ਕਰਨ ਵਾਸਤੇ, ਲੱਗਦਾ ਇਹ ਆ ਕਿ ਉਹ ਅੱਡੋ ਅੱਡ ਸਮਾਨ ਲੈ ਕੇ ਆਇਆ ਤੇ ਇੱਕ ਬਾਥਰੂਮ 'ਚ ਵੜ ਕੇ ਫਿੱਟ ਕਰਦਾ ਪਿਆ ਸੀ ਤੇ ਫਿਟਿੰਗ ਕਰਦਿਆਂ ਉੱਤੋਂ ਫਟ ਗਿਆ ਤੇ ਉਹ ਮਰ ਗਿਆ। ਹੁਣ ਕੋਈ ਕਹਿੰਦਾ ਫਿਦਾਇਨ ਹੈ। ਫਿਦਾਇਨ ਹੁੰਦਾ ਜਿਹੜਾ ਆਤਮਘਾਤੀ ਕਾਤਲ ਹੋਵੇ, ਵੀ ਅਗਲੇ ਨੂੰ ਵੀ ਮਾਰ ਦੇਵੇ ਤੇ ਆਪ ਵੀ ਮਰ ਜਾਏ। ਜੀ, ਜੇ ਫਿਦਾਇਨ ਨੇ ਇਹ ਕੰਮ ਕਰਨਾ ਹੋਵੇ ਤੇ ਉਹ ਬਾਥਰੂਮ 'ਚ ਜਾ ਕੇ ਨਹੀਂ ਕਰਦਾ, ਉਹ ਭੀੜ ਦੇ ਵਿਚਾਲੇ ਜਾ ਕੇ ਕਰਦਾ, ਜਾਂ ਕੋਈ ਟਾਰਗੇਟ ਮਿਸਦਾ ਉਹਦੇ ਲਾਗੇ ਜਾ ਕੇ ਕਰਦਾ ਕਿ ਫਲਾਣੇ ਨੂੰ ਮਰਡਾਉਣਾ, ਉਹ ਨਾ ਬਚੇ। ਇਹੋ ਜਿਹੀ ਗੱਲ ਕੋਈ ਨਹੀਂ ਹੋਈ। ਘਟਨਾ ਵਾਪਰੀ ਆ ਬਾਥਰੂਮ 'ਚ, ਇਹਦਾ ਮਤਲਬ ਉਹ ਤਿਆਰੀ ਕਰਦਾ ਪਿਆ ਸੀ, ਉੱਥੇ ਸਮਾਨ ਫਿੱਟ ਕਰਦਾ ਸੀ। ਇਹ ਸਾਰਾ ਸਮਾਨ ਇੰਨਾ ਨਾਜ਼ੁਕ ਹੁੰਦਾ ਕਿ ਮਾਮੂਲੀ ਜਿਹਾ ਵਾਧਾ ਘਾਟਾ ਪ੍ਰੈਸ਼ਰ ਦਾ ਹੋ ਜਾਏ ਤੇ ਫਟ ਜਾਂਦਾ। ਜੀ, ਬੰਦਾ ਅਨਟ੍ਰੇਨਡ ਹੋ ਸਕਦਾ। ਅਗਲੀ ਗੱਲ ਇਹ ਹੈ ਕਿ ਇਹ ਹੁੰਦਾ ਕੀ ਪਿਆ। ਕੈਪਟਨ ਅਮਰਿੰਦਰ ਸਿੰਘ ਕਈ ਦਿਨਾਂ ਤੋਂ ਆਖੀ ਜਾਂਦਾ ਸਰਹੱਦੀ ਸੂਬਾ ਹੈ ਜੀ, ਪਾਕਿਸਤਾਨ ਸਾਜ਼ਿਸ਼ਾਂ ਕਰਦਾ ਹੈ ਜੀ। ਕੁਝ ਦੂਜੀਆਂ ਪਾਰਟੀਆਂ ਵੀ ਕਹਿੰਦੀਆਂ ਨੇ, ਭਾਜਪਾ ਵਾਲੇ ਵੀ ਕਹਿੰਦੇ ਆ ਅਮਨ ਕਾਨੂੰਨ ਖਤਰੇ 'ਚ ਹੈ ਜੀ। ਅਕਾਲੀ ਤਾਂ ਨਹੀਂ ਕਹਿੰਦੇ, ਕਾਂਗਰਸੀ ਨਹੀਂ ਕਹਿ ਰਹੇ, ਆਮ ਆਦਮੀ ਪਾਰਟੀ ਨਹੀਂ ਕਹਿ ਰਹੀ, ਪਰ ਇਹ ਗੱਲ ਉਹ ਵੀ ਤਿੰਨੇ ਪਾਰਟੀਆਂ ਕਹਿੰਦੀਆਂ ਨੇ ਕਿ ਅਮਨ ਕਾਨੂੰਨ ਕਾਇਮ ਰੱਖਣ ਵਾਸਤੇ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਜੀ, ਬਿਲਕੁਲ। ਸਵਾਲ ਕਹਿਣ ਦਾ ਨਹੀਂ, ਸਵਾਲ ਹੈ ਕਰਨ ਦਾ। ਕਰਨਾ ਹੋਵੇ ਤੇ ਫਿਰ ਜੜ੍ਹਾਂ ਨੂੰ ਫੜੀਦਾ। 2017 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਕਤ ਜਦੋਂ ਉੱਥੇ ਬਠਿੰਡੇ ਜ਼ਿਲ੍ਹੇ 'ਚ ਮੌੜ ਮੰਡੀ 'ਚ ਜਲੂਸ ਕੱਢਿਆ ਜਾ ਰਿਹਾ ਸੀ, ਕਾਂਗਰਸ ਪਾਰਟੀ ਦਾ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਲੂਸ ਲੈ ਕੇ ਜਾ ਰਿਹਾ ਸੀ, ਰੋਡ ਸ਼ੋਅ ਕਰ ਰਿਹਾ ਸੀ। ਜੀ, ਉਦੋਂ ਬੰਬ ਧਮਾਕਾ ਹੋਇਆ ਜਿਸ 'ਚ 7 ਮੌਤਾਂ ਹੋਈਆਂ ਸਨ। ਪਤਾ ਲੱਗਾ ਕਿ ਕਿਉਂਕਿ ਹਰਮਿੰਦਰ ਸਿੰਘ ਜੱਸੀ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ, ਸਿਰਸੇ ਦੇ ਡੇਰਾ ਸੱਚਾ ਸੌਦਾ ਵਾਲੇ ਦਾ ਕੁੜਮ ਹੈ, ਇਹ ਧਮਾਕਾ ਤਾਂ ਜੀ ਉਹਨੂੰ ਮਾਰਨ ਵਾਸਤੇ ਕੀਤਾ ਗਿਆ। ਬਾਅਦ ਵਿੱਚ ਉਹ ਖਬਰ ਆਈ ਜਿਹੜੀ ਸਾਡੇ ਵਰਗਿਆਂ ਨੂੰ ਪਹਿਲਾਂ ਵੀ ਪਤਾ ਸੀ ਕਿ ਦੋਵਾਂ ਕੁੜਮਾਂ ਦੀ ਆਪੋ 'ਚ ਬਣਦੀ ਨਹੀਂ। ਇਹ ਜੱਸੀ ਨਾਲ ਤਾਂ ਉਸ ਡੇਰੇ ਵਾਲੇ ਮੁਖੀ ਦੀ ਆਪੋ 'ਚ ਬੋਲਚਾਲ ਵੀ ਹੈ ਨਹੀਂ ਜੀ। ਬੱਚਿਆਂ ਨਾਲ ਦੋਵਾਂ ਦਾ ਬੋਲਚਾਲ ਹੈ, ਪਰ ਆਪਸ ਵਿੱਚ ਹੈ ਨਹੀਂ। ਫਿਰ ਇਹ ਗੱਲ ਚੱਲ ਪਈ ਕਿ ਕਿਤੇ ਇਹ ਤਾਂ ਨਹੀਂ ਕਿ ਉਹ ਧਮਾਕੇ ਕਰਾਉਣ ਦਾ ਸ਼ੌਕੀਨ ਹੈ, ਉਹਨੇ ਕਰਵਾਤਾ ਹੋਵੇ ਧਮਾਕਾ ਇੱਥੇ, ਇਹਨੂੰ ਆਪਣੇ ਕੁੜਮ ਨੂੰ ਮਰਵਾਉਣ ਦਾ ਇਰਾਦਾ ਹੋਵੇ, ਚੋਣਾਂ 'ਚ ਮਰਵਾ ਦਿਓ, ਆਖਾਂਗੇ ਅੱਤਵਾਦੀਆਂ ਨੇ ਵਾਰਦਾਤ ਕਰਤੀ ਹੈ। ਇਹ ਜੋ ਵੀ ਹੋਇਆ, ਇਹਦੇ ਤੋਂ ਬਾਅਦ ਫਿਰ ਇਹਦੀ ਪੜਤਾਲ ਹੋਣੀ ਚਾਹੀਦੀ ਸੀ। ਨਵੀਂ ਸਰਕਾਰ ਬਣ ਗਈ, ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਰਹੀ। 4.5 ਸਾਲਾਂ 'ਚ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ SIT, ਉਹਦੇ 2 ਮੁਖੀ ਬਦਲ ਗਏ, ਜਾਂਚ ਸਿਰੇ ਨਹੀਂ ਲੱਗੀ। ਜੀ, ਜਿਹੜਾ ਪਹਿਲਾ ਮੁਖੀ ਸੀ ਉਹ ਤਾਂ ਅੱਧਾ ਕਾਂਗਰਸੀਆਂ ਦਾ ਸੀ ਤੇ ਅੱਧਾ ਅਕਾਲੀਆਂ ਦਾ, ਪੁਲਿਸ ਦਾ ਤੇ ਹੈ ਹੀ ਘੱਟ ਸੀ। ਉਹ ਆਪਣੇ ਪੁੱਤਰ ਨੂੰ ਪਿਛਲੀ ਵਾਰੀ ਅਕਾਲੀ ਦਲ ਤੋਂ ਟਿਕਟ ਦਵਾ ਚੁੱਕਾ ਸੀ, ਇਸ ਵਾਰੀ ਨਹੀਂ ਮਿਲੀ, ਨਾਰਾਜ਼ ਹੈ। ਉਹ ਕਿਸੇ ਪਾਸੇ ਪੜਤਾਲ ਉਹਨੇ ਵੀ ਨਹੀਂ ਲਾਈ, ਪਰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਉਹਨੇ ਕਰਤੀ ਸੀ। ਉਦੋਂ ਬਾਅਦ ਦੂਸਰਾ ਮੁਖੀ ਆ ਗਿਆ, ਦੋਸ਼ੀਆਂ ਦੀ ਨਿਸ਼ਾਨਦੇਹੀ ਹੋਈ ਸੀ। ਹੁਣ 5 ਸਾਲ ਲੰਘ ਚੱਲੇ ਆ, ਉਸ ਧਮਾਕੇ ਨੂੰ ਸਿਰਫ 1.25 ਮਹੀਨਾ ਰਹਿ ਗਿਆ 5 ਸਾਲਾਂ 'ਚੋਂ। ਜੀ, 5 ਸਾਲਾਂ ਤੋਂ 1.25 ਮਹੀਨਾ ਘੱਟ। ਹੁਣ ਤੱਕ ਦੋਸ਼ੀ ਨਹੀਂ ਫੜੇ ਗਏ। ਇਹ ਪਤਾ ਲੱਗ ਗਿਆ ਸੀ ਕਿ ਕਾਰ ਫਲਾਣੇ ਥਾਂ ਲਿਆਂਦੀ ਗਈ। ਸਿਰਸੇ ਡੇਰੇ ਦੇ ਵਿੱਚ ਇੱਕ VIP ਵਰਕਸ਼ਾਪ ਆ, ਜਿੱਥੇ
ਡੇਰੇ ਦੇ ਮੁਖੀ ਰਾਮ ਰਹੀਮ ਦੀਆਂ ਆਪਣੀਆਂ ਨਿੱਜੀ ਗੱਡੀਆਂ ਦੀ ਸਰਵਿਸ ਹੁੰਦੀ, ਹੋਰ ਕੋਈ ਗੱਡੀ ਉੱਥੇ ਜਾ ਨਹੀਂ ਸਕਦੀ। ਇਸ ਗੱਡੀ ਨੂੰ ਉੱਥੇ ਲਿਜਾ ਕੇ ਇਹਦੀ ਸਰਵਿਸ ਕੀਤੀ ਗਈ, ਇਹਦਾ ਰੰਗ ਬਦਲਿਆ ਗਿਆ, ਦੀਆਂ ਪਲੇਟਾਂ ਚੇਂਜ ਕੀਤੀਆਂ ਗਈਆਂ। ਜਿਹੜੇ ਮਕੈਨਿਕਾਂ ਨੇ ਕੀਤੀਆਂ ਉਹਨਾਂ ਨੇ ਆ ਕੇ ਪੁਲਿਸ ਦੀ ਜਾਂਚ ਟੀਮ ਕੋਲ ਮੰਨ ਲਿਆ ਸਾਰਾ ਕੁਝ ਕਿ ਅਸੀਂ ਕੀਤੀਆਂ ਨੇ, ਸਾਡੇ ਤੋਂ ਕਰਵਾਇਆ ਗਿਆ ਜੀ। ਫਿਰ ਜਿਹੜੀ ਵਰਕਸ਼ਾਪ 'ਚ ਕਿਸੇ ਹੋਰ ਦੀਆਂ ਜਾ ਹੀ ਨਹੀਂ ਸਕਦੀਆਂ, ਸਿਰਫ ਡੇਰੇ ਦੇ ਮੁਖੀ ਦੀਆਂ ਜਾ ਸਕਦੀਆਂ। ਉਹਦੇ ਵਿੱਚੋਂ ਗੱਡੀ ਗਈ ਕਿੱਦਾਂ? ਜਾਂ ਤਾਂ ਡੇਰੇ ਦੇ ਮੁਖੀ ਦੀ ਸਹਿਮਤੀ ਨਾਲ ਹੈ, ਅਤੇ ਉਹਦੀ ਸਹਿਮਤੀ ਹੈਗੀ ਕਿ ਨਹੀਂ ਹੈਗੀ। ਰੋਹਤਕ ਦੀ ਜੇਲ੍ਹ 'ਚ ਉਹਨੂੰ ਲਿਆ ਕੇ ਪੁੱਛਗਿੱਛ ਕੀਤੀ ਗਈ ਇਸ ਮਸਲੇ 'ਤੇ, ਉਹਨੂੰ ਕਿਉਂ ਨਹੀਂ ਹੁਣ ਤੱਕ ਪੁੱਛਿਆ ਗਿਆ? ਉਹਦੇ ਨਾਲ ਹਨੀਪ੍ਰੀਤ ਹੁੰਦੀ ਸੀ, ਉਹਨੂੰ ਕਿਉਂ ਨਹੀਂ ਪੁੱਛਿਆ ਗਿਆ ਜੀ? ਉਹਦੇ ਨਾਲ 2-3 ਜਣੇ ਹੋਰ ਸੀ, ਉਹਨੂੰ ਕਿਉਂ ਨਹੀਂ ਪੁੱਛਿਆ ਗਿਆ? ਹੁਣ ਅੱਜ ਫਿਰ ਧਮਾਕਾ ਹੋ ਗਿਆ। ਅੱਜ ਵਾਲਾ ਧਮਾਕਾ ਹੋਇਆ ਬਾਥਰੂਮ 'ਚ, ਪਰ ਐਡਾ ਜ਼ਬਰਦਸਤ ਬੰਬ ਸੀ ਕਿ ਸਾਰੀ ਬਿਲਡਿੰਗ ਦੇ ਹਰ ਕਮਰੇ ਦੇ ਸ਼ੀਸ਼ੇ ਟੁੱਟ ਗਏ। ਕਿੰਨੀਆਂ ਥਾਵਾਂ ਤੋਂ ਬੁਰਜੀਆਂ ਡਿੱਗ ਪਈਆਂ, ਕੰਧਾਂ ਡਿੱਗੀਆਂ ਫਿਰਦੀਆਂ ਨੇ। ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਜੀ। ਕਦੇ ਇੱਦਾਂ ਤਾਂ ਨਹੀਂ ਹੋਇਆ ਧਮਾਕਾ ਹੋਵੇ, ਵੱਧ ਤੋਂ ਵੱਧ ਉਸ ਕਮਰੇ ਜਾਂ ਨਾਲ ਦੇ ਕਮਰੇ ਦੇ ਸ਼ੀਸ਼ੇ ਟੁੱਟਦੇ ਆ। ਇੱਥੇ ਸਾਰੀ ਬਿਲਡਿੰਗ ਦੇ ਸ਼ੀਸ਼ੇ ਟੁੱਟੇ ਫਿਰਦੇ ਨੇ, ਬਾਹਰ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਫਿਰਦੇ ਨੇ। ਇਹ ਕਿੱਡਾ ਵੱਡਾ ਧਮਾਕਾ ਸੀ। ਜੇ ਬਾਥਰੂਮ 'ਚ ਨਾ ਹੁੰਦਾ, ਪਬਲਿਕ 'ਚ ਹੁੰਦਾ, ਕਿੰਨੇ ਲੋਕ ਮਰਦੇ। ਪਰ ਅਜੇ ਕਿਹੜੇ ਹੋਈ ਬੀਤੀ ਹੈ ਜੀ। ਕੱਲ੍ਹ ਨੂੰ ਕਿਸੇ ਹੋਰ ਥਾਂ ਹੋ ਸਕਦਾ। ਇਹਨਾਂ ਨੂੰ ਲੜਨ ਦਿਓ ਸਿਆਸੀ ਲੜਾਈ, ਇਹ ਲੜਨ ਸਾਰੇ ਆਪੋ 'ਚ। ਇਹਨਾਂ ਨੂੰ ਪਬਲਿਕ ਦੀ ਚਿੰਤਾ ਕਿੱਥੇ ਹੈ? ਇਹਨਾਂ 'ਚੋਂ ਤਾਂ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ, ਉਹ ਆਪਣੀ ਸਰਕਾਰ ਨੂੰ ਸੰਭਾਲਣ ਦੇ ਬਜਾਏ ਇਹ ਗੱਲਾਂ ਕਹਿ ਕੇ ਖੁਸ਼ ਹੁੰਦਾ ਕਿ ਮੇਰੇ ਕੋਲ ਇੱਕ MLA ਆ ਜਿਹੜਾ ਲੋਹੇ ਦਾ ਗਾਡਰ ਦਬਕਾ ਮਾਰੇ ਤੇ ਥਾਣੇਦਾਰਾਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ ਜੀ। ਜੇ ਤੇਰੇ ਕੋਲ ਐਡਾ MLA ਆ ਤੇ ਥਾਣੇਦਾਰ ਤੋਂ ਉਹਨੂੰ ਕਹਿ ਕੇ ਪੁੱਛ ਪੜਤਾਲ ਹੀ ਕਰਵਾ ਦੇ। ਇਹਨਾਂ ਦੇ ਸਾਹਮਣੇ ਸਿਆਸਤ ਜ਼ਿਆਦਾ ਭਾਰੂ ਹੈ, ਲੋਕ ਭਾਰੂ ਨਹੀਂ ਗਏ। ਲੋਕਾਂ ਵੱਲ ਧਿਆਨ ਦੇਣ ਦੀ ਲੋੜ ਆ, ਉੱਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹਦਾ ਨਤੀਜਾ ਇਹ ਨਿਕਲ ਰਿਹਾ ਕਿ ਹਾਲਾਤ ਪੈਰੋਂ ਪੈਰ ਖਰਾਬ ਹੋ ਰਿਹਾ। ਜੇ ਖੁਦਾ ਨਾ ਖਾਸਤਾ ਕੱਲ੍ਹ ਨੂੰ ਕੋਈ ਘਟਨਾ ਵਾਪਰ ਗਈ ਤੇ ਜਿਹੜੇ ਇਸ ਵੇਲੇ ਬੜੇ ਜ਼ੋਰ ਨਾਲ ਲੱਗੇ ਫਿਰਦੇ, ਅਸੀਂ ਆਹ ਕਰਤਾ, ਅਸੀਂ ਆਹ ਕਰ ਦੇਣਾ, ਇਹ ਕਰਤਾ ਤੇ ਕਰ ਦੇਣਾ ਵਾਲਿਆਂ ਨੂੰ ਮੁੜ ਕੇ ਜਵਾਬ ਨਹੀਂ ਸੁਝਣਾ। ਕੁਝ ਇਸ ਪਾਸੇ ਧਿਆਨ ਕਰੋ, ਨਹੀਂ ਤੇ ਚੋਣਾਂ 'ਚ ਜਾ ਜਾਂਦੀ ਨਾ ਹੋ ਜਾਂਦੀ ਹੋਵੇ। ਜੀ। ਪੰਨ ਸਾਹਿਬ, ਰਣਜੀਤ ਸਿੰਘ ਬ੍ਰਹਮਪੁਰਾ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆ ਗਿਆ, ਘਰ ਵਾਪਸੀ ਕਰ ਲਈ ਹੈ। ਜੇ ਇਹੀ ਸਾਰਾ ਕੁਝ ਕਰਨਾ ਸੀ ਤਾਂ ਫਿਰ ਇੰਨਾ ਕੁਝ ਕਿਉਂ ਕੀਤਾ ਗਿਆ? ਲੋਕ ਤਾਂ ਇਹ ਵੀ ਪੁੱਛਦੇ ਪਏ ਆ। ਫਿਰ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ ਸੀਗਾ, ਉਹਦਾ ਕੀ ਬਣੇਗਾ? ਮੈਂ ਰਣਜੀਤ ਸਿੰਘ ਬ੍ਰਹਮਪੁਰੇ ਨੂੰ 1977 ਤੋਂ ਜਾਣਦਾ ਜੀ। 44 ਸਾਲਾਂ ਤੋਂ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਪੱਕਾ ਭਗਤ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਧੀ ਦਾ ਰਿਸ਼ਤਾ ਕਰ ਦਿੱਤਾ ਕੈਰੋਂ ਪਰਿਵਾਰ ਵਿੱਚ, ਇਹਦੀ ਟੱਕਰ ਕੈਰੋਂ ਪਰਿਵਾਰ ਨਾਲ ਸੀ। ਇੱਕ ਚੋਣ 'ਚ ਇਹ ਹਾਰ ਚੁੱਕਾ ਸੀ, ਦੂਸਰੀ ਚੋਣ 'ਚ ਨਾ, ਇੱਕ ਚੋਣ 'ਚ ਜਿੱਤ ਗਿਆ ਸੀ, ਦੂਜੀ 'ਚ ਇਹ ਹਾਰ ਗਿਆ ਸੀ ਤੇ ਬਾਅਦ 'ਚ ਅਦਾਲਤ ਨੇ ਮੰਨਿਆ ਇਹ ਹਾਰਿਆ ਨਹੀਂ, ਕੈਰੋਂ ਪਰਿਵਾਰ ਨੇ ਇਹਨੂੰ ਧੱਕੇ ਨਾਲ ਹਰਾਇਆ ਸੀ। ਉਹ ਦਰਮਿਆਨ ਰਿਸ਼ਤਾ ਹੋ ਗਿਆ ਨੇ। ਫਿਰ ਸੋਚਿਆ ਹੁਣ ਬਾਦਲ ਤਾਂ ਉਹਨਾਂ ਦੀ ਮਦਦ ਕਰੂ। ਬਾਦਲ ਨੂੰ ਛੱਡ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਲ ਚਲਾ ਗਿਆ ਤੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਭਿੰਡਰਾਂ ਵਾਲੇ ਸੰਤਾਂ ਦੇ ਬਾਪ ਬਾਬਾ ਜੋਗਿੰਦਰ ਸਿੰਘ ਦੇ ਨਾਲ ਰਿਹਾ ਜੀ। 1993 'ਚ ਇਹਨੇ ਵਾਪਸੀ ਕੀਤੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਆਇਆ ਤੇ ਉਦੋਂ ਇਹਨੇ ਆਖਿਆ ਰੱਬ ਦੀ ਕਿਰਪਾ ਨਾਲ ਮੇਰੀ ਵਾਪਸੀ ਹੋਈ ਹੈ। ਉੱਧਰ ਪਹਿਲਾਂ ਜਿਹੜਾ ਉਹ ਗਿਆ ਸੀ ਤੇ ਬਾਦਲ ਨੂੰ ਛੱਡ ਕੇ, ਤੇ ਉਦੋਂ ਰੱਬ ਦੇ ਬਜਾਏ ਕਿਸੇ ਹੋਰ ਨੇ ਹੁਕਮ ਕੀਤਾ ਸੀ। 1993 'ਚ ਇੱਧਰ ਆ ਕੇ ਫਿਰ ਵਜ਼ੀਰੀਆਂ ਇੱਧਰ ਬਾਣੀਆਂ, ਸਾਰਾ ਕੁਝ ਕੀਤਾ, ਪਾਰਲੀਮੈਂਟ ਮੈਂਬਰੀਆਂ ਵੀ ਲਈਆਂ। ਜਦੋਂ ਪਿਛਲੇ ਤੋਂ ਪਿਛਲੇ ਸਾਲ ਬਾਦਲ ਨੂੰ ਛੱਡਿਆ, ਉਦੋਂ ਛੱਡਣ ਲੱਗਿਆ ਆਖਿਆ ਸੀ ਰੱਬ ਦੀ ਕਿਰਪਾ ਨਾਲ ਮੈਂ ਉਸ ਪਾਰਟੀ 'ਚੋਂ ਪਾਸੇ ਹੋ ਗਿਆ ਜਿਹੜੀ ਪਾਰਟੀ ਦਾ ਪੁਰਾਣਾ ਇਤਿਹਾਸ ਸੀ, ਪਰ ਅੱਜ ਡੁੱਬਣ 'ਤੇ ਆਈ ਪਈ। ਉਹ ਵੀ ਰੱਬ ਦੀ ਕਿਰਪਾ ਸੀ। ਮੇਰੇ ਕੋਲ ਬਿਆਨ ਪਿਆ, ਮੇਰੇ ਕੋਲ ਤੇ ਉਹ ਵੀ ਬਿਆਨ ਪਿਆ ਜਿਹਦੇ ਵਿੱਚ ਇਹਨੇ ਵੀਡੀਓ 'ਚ ਇੱਕ ਬੜੀ ਭੈੜੀ ਗੱਲ ਆਖੀ ਸੀ, ਔਰ ਵੀਡੀਓ ਘੁੰਮਦੀ ਪਈ ਸੀ ਕਿ ਬਾਦਲ ਨੂੰ ਕਹੋ ਮੇਰਾ ਆਹ ਕਰ ਲਵੇ। ਅੱਜ ਹੁਣ ਫਿਰ ਵਾਪਸ ਚਲਾ ਗਿਆ ਬਾਦਲ ਦੇ ਕੋਲ, ਕਹਿੰਦਾ ਰੱਬ ਦੀ ਕਿਰਪਾ। ਰੱਬ ਦੀ ਕਿਰਪਾ ਨਾਲ ਤੁਸੀਂ ਕੋਈ ਪਾਰਟੀ ਛੱਡਦੇ, ਰੱਬ ਦੀ ਕਿਰਪਾ ਨਾਲ ਤੁਸੀਂ ਇੱਕ ਪਾਰਟੀ 'ਚ ਆ ਜਾਂਦੇ। ਇਸ ਮਸਲੇ ਨੂੰ ਵੱਖਰਾ ਛੱਡ ਦਿਓ। ਦੂਜੀ ਗੱਲ ਇਹ ਆ ਕਿ ਅਕਾਲੀ ਦਲ 'ਚ ਕੁਝ ਬੰਦੇ ਹੋਰ ਵੀ ਵਾਪਸ ਆਏ ਜੀ। ਮੈਂ ਉਹਨਾਂ 'ਚੋਂ ਇੱਕ ਅੱਧੇ ਬੰਦੇ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿਉਂ ਵਾਪਸ ਆਏ? ਕਹਿੰਦੇ ਜੀ ਅਸੀਂ ਲੋਕ ਪੋਲੀਟੀਕਲ ਲੀਡਰ ਆ, ਸਾਨੂੰ ਕੋਈ ਲੀਡਰ ਤਾਂ ਚਾਹੀਦਾ।
ਕਾਂਗਰਸ ਪਾਰਟੀ ਇਸ ਵੇਲੇ ਲੀਡਰਲੈਸ ਹੈ। ਪਾਰਟੀ ਦਾ ਪ੍ਰਧਾਨ ਰੋਜ਼ ਕਹਿੰਦਾ ਜੇ ਤਾਂ ਮੈਨੂੰ ਮਿਲ ਗਈ ਨਾ ਅਗਲੀ ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਮੈਂ ਆਹ ਕਰ ਦੂੰ, ਪੰਜਾਬ ਮਾਡਲ ਲਾਗੂ ਕਰੂੰ। ਤੇ ਜਿਹੜਾ ਕੁਰਸੀ ਤੇ ਬੈਠਾ ਮੁੱਖ ਮੰਤਰੀ ਹੈ ਉਹ ਇੱਕ ਇੱਕ ਅਖਬਾਰ ਦੇ ਵਿੱਚ ਪੂਰੇ ਸਫ਼ੇ ਦੇ ਤਿੰਨ ਇਸ਼ਤਿਹਾਰ ਛਪਾ ਕੇ ਇੱਕ ਖਬਰਾਂ ਵਾਲਾ ਪੇਜ ਬਣਾ ਕੇ ਉਹ ਵੀ ਛਪਵਾ ਕੇ ਜੀ ਇਹ ਦੱਸੀ ਜਾਂਦਾ ਕਿ ਹਮ ਹੀ ਹਮ ਹੈ, ਮੇਰੇ ਹੁੰਦਿਆਂ ਦੂਸਰਾ ਕੋਈ ਚਾਕੂ ਕਿੱਦਾਂ ਕੁਰਸੀ ਵੱਲ। ਉਹ ਕਹਿੰਦੇ ਜੀ ਕਾਂਗਰਸ ਪਾਰਟੀ ਲੀਡਰਲੈਸ ਹੈ। ਆਮ ਆਦਮੀ ਪਾਰਟੀ ਦਾ ਥੱਲੇ ਅੰਡਰ ਕਰੰਟ ਹੈਗਾ, ਪਰ ਉਹਨਾਂ ਦਾ ਲੀਡਰਸ਼ਿਪ ਦਾ ਜੇ ਫੈਸਲਾ ਨਹੀਂ ਹੋ ਰਿਹਾ ਕਿ ਸੀਐਮ ਫੇਸ ਕੌਣ ਹੋਵੇਗਾ, ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਭਾਰਤੀ ਜਨਤਾ ਪਾਰਟੀ ਨੇ ਆਪਣਾ ਚਿਹਰਾ ਦੱਸਿਆ ਵੀ ਨਹੀਂ, ਦੱਸਣਾ ਵੀ ਨਹੀਂ। ਉਹ ਕਹਿੰਦੇ ਮੋਦੀ ਜੀ ਵੱਲ ਵੇਖੋ, ਉਹ ਕਿਤੇ ਪੂਜਾ ਕਰਨ ਤਾਂ ਵੀ ਵੇਖੋ, ਮੱਥਾ ਟੇਕਣ ਤਾਂ ਵੀ ਵੇਖੋ, ਭਾਸ਼ਣ ਕਰਨ ਤਾਂ ਵੀ ਵੇਖੋ, ਨਾ ਕਰਨ ਤਾਂ ਵੀ ਵੇਖੋ। ਉਹ ਕਹਿੰਦੇ ਜੀ ਸਿਰਫ ਇੱਕੋ ਪਾਰਟੀ ਹੈ ਜਿਹਦੇ ਕੋਲ ਲੀਡਰ ਹੈਗਾ, ਚੰਗਾ ਕਹਿ ਲਓ ਮਾੜਾ ਕਹਿ ਲਓ, ਸੁਖਬੀਰ ਸਿੰਘ ਬਾਦਲ ਲੀਡਰ ਤਾਂ ਹੈਗਾ, ਪਰ ਅਕਾਲੀ ਦਲ 'ਚ ਵੀ ਸਾਰਾ ਕੁਝ ਚੰਗਾ ਨਹੀਂ। ਇਹਨਾਂ ਦੇ ਵੀ ਮਾਲਾ ਦੇ ਮਣਕੇ ਜਿਹੜੇ ਆ ਕਿਰਦੇ ਜਾਂਦੇ ਆ। ਅੱਜ ਦਿੱਲੀ 'ਚ ਕੁਲਦੀਪ ਸਿੰਘ ਭੋਗਲ ਛੱਡ ਕੇ ਭਾਜਪਾ 'ਚ ਚਲਾ ਗਿਆ ਜੀ ਜੀ ਤੇ ਚਰਚਾ ਇਹ ਆ ਕਿ ਭਲਕੇ ਕੁਝ ਹੋਰ ਛੱਡ ਜਾਣਗੇ, ਪਰਸੋਂ ਕੁਝ ਹੋਰ ਛੱਡ ਜਾਣਗੇ। ਜੇ ਇਹਨਾਂ ਦੀ ਬੋਰੀ ਨੂੰ ਇਦਾਂ ਹੀ ਕਿਰਾ ਲੱਗਾ ਰਿਹਾ ਤੇ ਦਾਣੇ ਤੇ ਸੁਖਬੀਰ ਸਿੰਘ ਬਾਦਲ ਦੀ ਬੋਰੀ ਕੋ ਵਿੱਚੋਂ ਵੀ ਕਰ ਸਕਦੇ ਆ। ਆਹ ਮੌਕਾ ਇਹੋ ਜਿਹਾ ਜਿੱਥੇ ਭੰਨ ਤੋੜ ਹੁੰਦੀ ਪਈ ਆ। ਬ੍ਰਹਮਪੁਰਾ ਬਾਦਲ ਅਕਾਲੀ ਦਲ 'ਚ ਚਲਾ ਗਿਆ, ਕੁਲਦੀਪ ਸਿੰਘ ਭੋਗਲ ਛੱਡ ਗਿਆ, ਦਾਦੀ ਮੋਈ ਪੋਤੀ ਹੋਈ, ਟੱਬਰ ਉੱਡੇ ਦਾ ਉੱਡੇ, ਬਹੁਤਾ ਫਰਕ ਫੁਰਕ ਕੋਈ ਨਹੀਂ ਪੈ ਰਿਹਾ ਜੀ। ਸਾਰੀਆਂ ਪਾਰਟੀਆਂ ਨੂੰ ਆਪੋ ਆਪਣਾ ਘਰ ਸੰਭਾਲਣਾ ਚਾਹੀਦਾ, ਦੂਜੇ ਨੂੰ ਸੰਨ ਲਾਉਣ ਦੇ ਯਤਨ ਛੱਡ ਦੇਣੇ ਚਾਹੀਦੇ। ਪਰ ਸਭ ਉਹਦਾ ਕੀ ਲੱਗਦਾ ਚੋਣਾਂ ਵਿੱਚ ਜਿੱਦਾਂ ਜੋੜ ਮੇਲ ਤੋੜ ਮੇਲ ਸਾਰਾ ਕੁਝ ਹੋ ਰਿਹਾ, ਇਹਦਾ ਅਸਰ ਪੈ ਸਕਦਾ? ਭਾਜਪਾ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੀ ਕੋਈ ਕਹਿੰਦਾ ਹਵਾ ਬਣਦੀ ਪਈ ਹੈ? ਨਹੀਂ, ਭਾਜਪਾ ਇਦਾਂ ਤਾਂ ਮਜ਼ਬੂਤ ਨਹੀਂ ਹੁੰਦੀ ਪਈ ਜੀ, ਪਰ ਜੇ ਮਜ਼ਬੂਤ ਬੰਦੇ ਅੱਡ-ਅੱਡ ਇਲਾਕਿਆਂ 'ਚੋਂ ਕੱਲ੍ਹ ਨੂੰ ਉਹ ਤੋੜ ਕੇ ਆਪਣੇ ਨਾਲ ਜੋੜ ਦੇਵੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜੋੜ ਲਵੇ, ਤੇ ਜਿਹੜੀ ਪਲਟਣ ਦੀ ਤਾਕਤ ਆ ਉਹ ਤੇ ਬੰਦਿਆਂ ਨਾਲ ਹੀ ਹੁੰਦੀ ਹੈ ਨਾ। ਜੀ ਜੇ ਭਾਜਪਾ ਇੰਨੇ ਕੁ ਬੰਦੇ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਹੋ ਗਏ, ਦੂਸਰਿਆਂ ਦੇ ਤੋੜ ਲੈ, ਕਾਂਗਰਸ ਦੇ ਵੀ ਤੋੜ ਲਏ ਤੇ ਇਹਨਾਂ ਦੇ ਅਕਾਲੀਆਂ ਦੇ ਵੀ, ਅਜੇ ਤੱਕ ਆਮ ਆਦਮੀ ਪਾਰਟੀ ਨੂੰ ਉਹ ਸੰਨ ਨਹੀਂ ਲਾ ਸਕੀ। ਜੀ ਜੇ ਇਹਨਾਂ ਦੇ ਇਸੇ ਤਰ੍ਹਾਂ ਬੰਦੇ ਤੋੜਦੀ ਰਹੀ, ਕੱਲ੍ਹ ਨੂੰ ਮਜ਼ਬੂਤ ਹੋ ਵੀ ਸਕਦੀ ਹੈ। ਅਜੇ ਜਾਪਦਾ ਨਹੀਂ, ਪਰ ਉਹਨਾਂ ਨੇ ਦੋ ਤਿੰਨ ਨਾਅਰੇ ਵੀ ਘੜੇ ਆ ਜਿਹੜੇ ਛੇਤੀ ਉਹ ਦੇਣ ਵਾਲੇ, ਜੇ ਨਾਅਰੇ ਦੇਤੇ ਉਹਨਾਂ ਨਾਅਰਿਆਂ ਦਾ ਅਸਰ ਵੀ ਹੈਰਾਨੀ ਵਾਲਾ ਪੈ ਸਕਦਾ। ਜੀ ਪੰਜ ਸਾਹਿਬ, ਜੇ ਚੋਣਾਂ ਦੀ ਗੱਲ ਚੱਲਦੀ ਹੈ ਤਾਂ ਫਿਰ ਉੱਤਰਾਖੰਡ ਦੀ ਵੀ ਗੱਲ ਜ਼ਰੂਰ ਕਰ ਲੈਂਦੇ ਹਾਂ, ਕਿਉਂਕਿ ਉੱਤਰਾਖੰਡ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਹਰੀਸ਼ ਰਾਵਤ ਇਸ ਵੇਲੇ ਬਾਗੀ ਸੁਰ ਦਿਖਾ ਰਹੇ ਆ। ਕਹਿੰਦੇ ਮੈਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਪਰੇਸ਼ਾਨ ਹੈ, ਕੁਛ ਇਦਾਂ ਦੀਆਂ ਗੱਲਾਂ ਟਵੀਟ ਕੀਤੇ ਆ। ਪਰ ਜੇਕਰ ਸਿੱਧੇ ਰੂਪ 'ਚ ਦੇਖਿਆ ਜਾਵੇ, ਕਾਂਗਰਸ ਦੀ ਸਥਿਤੀ ਪੰਜਾਬ 'ਚ ਖਰਾਬ ਸੀ, ਰਾਜਸਥਾਨ ਵਿੱਚ ਵੀ ਹੈ, ਉੱਤਰਾਖੰਡ ਵਿੱਚੋਂ ਹੁਣ ਬਗਾਵਤੀ ਸੁਰਾਂ ਉੱਠਣ ਲੱਗ ਪਈਆਂ। ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀ ਸੰਭਾਵਨਾ ਲੱਗਦੀ ਉੱਧਰਲੇ ਪਾਸਿਓਂ? ਦੇਖੋ, ਹਰੀਸ਼ ਰਾਵਤ ਕਿਸੇ ਵਕਤ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੇਂਦਰ 'ਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਹੁੰਦਾ ਸੀ। ਜੀ, ਪ੍ਰਧਾਨ ਮੰਤਰੀ ਦਾ ਦਫ਼ਤਰ ਇਹ ਸਾਰਾ ਚਲਾਉਂਦਾ ਸੀ। ਫਿਰ ਉੱਤਰਾਖੰਡ ਦਾ ਮੁੱਖ ਮੰਤਰੀ ਬਣਿਆ, ਇਹਨੂੰ ਹਟਾ ਕੇ ਵਿਜੇ ਬਹੁਗੁਣਾ ਬਣਿਆ, ਵਿਜੇ ਬਹੁਗੁਣਾ ਨੂੰ ਹਟਾ ਕੇ ਬਣਿਆ, ਬਥੇਰਾ ਕੱਚਖਾਨਾ ਚੱਲਦਾ ਰਿਹਾ, ਸੁਪਰੀਮ ਕੋਰਟ ਨੂੰ ਵੀ ਦਖਲ ਦੇਣਾ ਪਿਆ। ਅਗਲੀਆਂ ਚੋਣਾਂ 'ਚ ਕਾਂਗਰਸ ਉੱਥੇ ਹਾਰ ਗਈ, ਇਹਨੂੰ ਪੰਜਾਬ ਦਾ ਇੰਚਾਰਜ ਲਾਤਾ। ਪੰਜਾਬ ਵਿੱਚ ਆ ਕੇ ਜਿਹੜੀ ਇਹਨੇ ਖੇਡ ਖੇਡੀ, 2 ਦਿਨ ਅਮਰਿੰਦਰ ਸਿੰਘ ਨਾਲ, 2 ਦਿਨ ਨਵਜੋਤ ਸਿੰਘ ਸਿੱਧੂ ਨਾਲ। ਜਦੋਂ ਨਵਜੋਤ ਸਿੰਘ ਸਿੱਧੂ ਨਾਲ ਜਾਂਦਾ ਸੀ, ਲੋਕੀ ਕਹਿੰਦੇ ਸੀ ਕਾਂਗਰਸ ਦਾ ਭਲਾ ਨਹੀਂ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ ਨੂੰ ਡਰਾ ਰਿਹਾ। ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਚਲਾ ਜਾਂਦਾ ਸੀ, ਕੈਪਟਨ ਤੇ ਉਹੋ ਹੀ ਆ, ਲੋਕੀ ਕਹਿੰਦੇ ਸੀ ਜਾਣਾ ਜ਼ਰੂਰੀ ਹੋ ਗਿਆ, ਆਖਿਰਕਾਰ ਉੱਤਰਾਖੰਡ ਦੀਆਂ ਚੋਣਾਂ ਲੜਨੀਆਂ, ਫੰਡ ਵੀ ਤਾਂ ਚਾਹੀਦੇ। ਜੀ, ਇਹਦਾ ਮਤਲਬ ਕੀ ਆ ਸਾਰਿਆਂ ਨੂੰ ਪਤਾ। ਅਖੀਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣ 'ਚ ਇਹਦਾ ਰੋਲ ਸੀ। ਮਗਰੋਂ ਫਿਰ ਕੈਪਟਨ ਨੂੰ ਮਨਾਉਣ ਦਾ ਯਤਨ ਵੀ ਇਹਨੇ ਕੀਤਾ ਕਿ ਕੈਪਟਨ ਤਾਂ ਤੂੰ ਹੀ ਰਹਿਣਾ। ਜੀ, ਗੱਲ ਫਿਰ ਨਹੀਂ ਬਣੀ। ਮੁੜ ਕੇ ਇਹਨੇ ਆਖਿਆ ਜੀ ਜਿੰਨੀ ਨਾਤੀ ਉਹਨਾਂ ਪੁੰਨ, ਮੈਨੂੰ ਹੁਣ ਤੁਸੀਂ ਛੁੱਟੀ ਦੇ ਦਿਓ, ਉੱਤਰਾਖੰਡ ਦੀਆਂ ਚੋਣਾਂ ਮੈਂ ਲੜਦੀਆਂ, ਮੈਨੂੰ ਜਾਣ ਦਿਓ। ਅੱਜ ਉਹ ਹਰੀਸ਼ ਰਾਵਤ ਆਪਣੇ ਸੂਬੇ 'ਚ ਕਾਂਗਰਸ ਹਾਈ ਕਮਾਂਡ ਨਾਲ ਨਾਰਾਜ਼ ਆ। ਕਹਿੰਦਾ ਜੀ ਮੈਨੂੰ ਆ ਕਹਿਤਾ ਕਿ ਆ ਦਰਿਆ 'ਚ ਠਿੱਲ ਪਾ, ਤੂੰ ਤਰਨਾ, ਪਰ ਤਰਨ ਲੱਗਿਆ ਮੇਰਾ ਸਾਥ ਦੇਣ ਦੀ ਥਾਂ ਹਾਈ ਕਮਾਂਡ ਦੀ ਟੀਮ ਮੇਰੇ ਹੱਥ ਤੇ ਪੈਰ ਬੰਨੀ ਜਾਂਦੀ ਹੈ ਤੇ ਮੈਂ ਤਰੂੰਗਾ ਕਿੱਦਾਂ। ਜੀ, ਮੇਰੇ ਮਨ 'ਚੋਂ ਕਦੇ ਕਦੇ ਆਵਾਜ਼ ਉੱਠਦੀ ਹੈ, ਹਰੀਸ਼ ਰਾਵਤ ਬਥੇਰਾ ਹੋ ਗਿਆ, ਛੱਡ ਦੇ, ਆਪਾਂ ਆਰਾਮ ਕਰੀਏ। ਫਿਰ ਮੈਂ ਲੱਗ ਪੈਣਾ ਕਿ ਪਾਰਟੀ ਲਈ ਕੰਮ ਕਰੋ। ਪਰ ਜੇ ਇਹੋ ਹਾਲ ਰਿਹਾ ਤੇ ਮੈਨੂੰ ਆਸ ਹੈ ਕਿ ਭਗਵਾਨ ਕੇਦਾਰਨਾਥ ਨਵਾਂ ਸਾਲ ਚੜ੍ਹਦਿਆਂ ਸਾਰ ਮੈਨੂੰ ਕੋਈ ਨਵਾਂ ਰਸਤਾ ਵਿਖਾਓ। ਜੀ, ਉਹਨੇ ਭਗਵਾਨ ਕੇਦਾਰਨਾਥ ਕਿਉਂ ਯਾਦ ਕੀਤਾ? ਕਿ ਉਹਨੇ ਕੇਦਾਰਨਾਥ ਦੇ ਬਹਾਨੇ
ਪਿਛਲੀਆਂ ਪਾਰਲੀਮੈਂਟ ਚੋਣਾਂ ਦਾ ਪ੍ਰਚਾਰ ਮੁੱਕਣ ਤੋਂ ਬਾਅਦ ਅਖੀਰਲੇ 3 ਦਿਨ ਭਗਵੀਂ ਸ਼ਾਲ ਓੜ ਕੇ ਭਗਵਾਨ ਕੇਦਾਰਨਾਥ ਦੀ ਗੁਫਾ ਦੇ ਵਿੱਚ ਬੈਠ ਕੇ ਭਗਤੀ ਦਾ ਡਰਾਮਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਰਲਾ ਲਿਆ। ਆਖਿਆ ਤੇ ਹੈ ਕਿ ਭਗਵਾਨ ਕੇਦਾਰਨਾਥ ਮੈਨੂੰ ਰਸਤਾ ਵਿਖਾਊ। ਅਸਲ ਵਿੱਚ ਕੇਦਾਰਨਾਥ ਵਿੱਚ ਜਾ ਕੇ ਭਗਤੀ ਦਾ ਭਰਮ ਪੈਦਾ ਕਰਨ ਵਾਲੇ ਵੱਲ ਉਹ ਤਰਲਾ ਮਾਰ ਰਿਹਾ ਕਿ ਇੰਨੇ ਸਾਰੇ ਹੋਰ ਤੁਹਾਡੇ ਕੋਲ ਆ ਗਏ ਆ। ਉਹ ਅੱਡੇ ਤੇ ਖੜੀ ਬੱਸ ਦੇ ਵਿੱਚ ਜੇ ਸਵਾਰੀਆਂ ਵੱਧ ਹੋਣ ਅੰਦਰੋਂ ਕੋਈ ਕੁੰਡੀ ਲਾ ਲੇ ਤੇ ਬਾਹਰੋਂ ਖੜਾ ਨਵਜੀਤ ਸਿੰਘ ਕਹਿੰਦਾ ਮੇਰੇ ਇਕੱਲੇ ਦੇ ਆਉਣ ਨਾਲ ਜ਼ਿਆਦਾ ਭੀੜ ਹੋ ਜੂਗੀ, ਤੁਸੀਂ ਵੀ ਸਾਰੇ ਹੈਗੇ ਕਿ ਮੈਨੂੰ ਵੀ ਸੱਦ ਲਓ। ਹਰੀਸ਼ ਰਾਵਤ ਉੱਦਾਂ ਦਾ ਤਰਲਾ ਮਾਰਦਾ ਪਿਆ, ਕੇਦਾਰਨਾਥ ਭਗਵਾਨ ਨਵੇਂ ਸਾਲ 'ਚ ਮੈਨੂੰ ਨਵਾਂ ਰਸਤਾ ਵਿਖਾਉਣਗੇ ਜੀ। ਜਾਣ ਦਾ ਇਰਾਦਾ ਕੀਤਾ ਪਿਆ, ਜਾ ਸਕਦਾ। ਬਹੁਤੀ ਆਸ ਹੈ ਕਿ ਹੁਣ ਭਾਜਪਾ 'ਚ ਹੀ ਜਾਊਗਾ। ਪਰ ਪੰਨੂ ਸਾਹਿਬ ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕਹੀ ਹੈ ਕਿ ਜੋ ਤੁਸੀਂ ਬੀਜਣਾ ਉਹੀ ਵੱਢਣਾ, ਉਹਨੂੰ ਕਿਵੇਂ ਦੇਖਦੇ? ਇਹਦਾ ਮਤਲਬ ਪੰਜਾਬ ਵੱਲ ਇਸ਼ਾਰਾ ਕਰ ਦਿੱਤਾ ਸੀਗਾ ਕਿ ਹਰੀਸ਼ ਰਾਵਤ ਹੀ ਪੁਆੜੇ ਦੀ ਸਾਰੀ ਜੜ ਸੀ। ਅਮਰਿੰਦਰ ਸਿੰਘ ਇਸ ਗੱਲ ਦੇ ਉੱਤੇ ਨਾਰਾਜ਼ ਹੈ ਕਿ ਉਹਨੂੰ ਜਿੰਨੀ ਵੇਟੇਜ ਮੰਗਦਾ ਸੀ ਉਨੀ ਨਹੀਂ ਦਿੱਤੀ ਗਈ ਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ। ਨਵਜੋਤ ਸਿੰਘ ਸਿੱਧੂ ਉਦੋਂ ਚੜ੍ਹਤ ਵਿੱਚ ਸੀ, ਅੱਜ ਹਾਲਾਤ ਹੋਰ ਨੇ ਜੀ। ਪਰ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰ੍ਹਾਂ ਤੋਂ ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਹਮ ਨਿਕਲੇ, ਉਹ ਜਿਹੜੀ ਸਥਿਤੀ ਸੀਗੀ ਉਹਦੀ ਪੈਦਾ ਹੋਈ, ਉਸ ਸਥਿਤੀ 'ਚ ਹਰੀਸ਼ ਰਾਵਤ ਦਾ ਵੀ ਰੋਲ ਸੀ, ਨਵੇਂ ਹਰੀਸ਼ ਚੌਧਰੀ ਦਾ ਵੀ ਜਿਹੜਾ ਅੱਜ ਕੱਲ੍ਹ ਇੰਚਾਰਜ ਹੈ। ਕੈਪਟਨ ਉਦੋਂ ਦਾ ਖਿਜਿਆ ਬੈਠਾ। ਇਹ ਤੋਂ ਪਹਿਲਾਂ ਪੰਜਾਬ ਦੀ ਇੰਚਾਰਜ ਬੀਬੀ ਆਸ਼ਾ ਕੁਮਾਰੀ ਹੁੰਦੀ ਸੀ। ਆਸ਼ਾ ਕੁਮਾਰੀ ਤੋਂ ਬਹੁਤ ਆਸ਼ਾ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮੈਨੂੰ ਖਰਾਬ ਨਹੀਂ ਕਰੂਗੀ, ਤੇ ਉਹਨੇ ਕਦੇ ਪੈਰ ਮਿੱਧਣ ਦਾ ਯਤਨ ਵੀ ਨਹੀਂ ਕੀਤਾ। ਉਹ ਹਰ ਗੱਲ ਤੇ ਕਹਿੰਦੀ ਸੀ ਜੋ ਕੈਪਟਨ ਸਾਹਿਬ ਕਹਿੰਦੇ ਠੀਕ ਹੈ ਜੀ। ਇਹਦੇ ਆਉਣ ਦੇ ਉੱਤੇ ਕੈਪਟਨ ਨੂੰ ਸੱਟ ਤਾਂ ਪਈ, ਉਹਦੀ ਜਿਹੜੀ ਉਦੋਂ ਦੀ ਸੱਟ ਗਿੱਟਿਆਂ ਤੇ ਵੱਜੀ, ਬੰਦੇ ਨੂੰ ਰੜਕਦੀ ਤਾਂ ਹੈ ਹੀ ਆ। ਹੁਣ ਉਹਨੇ ਜਵਾਬੀ ਮਿਹਣਾ ਮਾਰਤਾ। ਉੱਦਾਂ ਵੀ ਠੰਡ ਆ, ਹੁਣ ਰੜਕਣੀ ਜ਼ਿਆਦਾ ਸੀਗੀ। ਦੂਸਰੇ ਪਾਸੇ ਪੰਨੂ ਸਾਹਿਬ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ। ਮੀਟਿੰਗ ਇਹ ਤੋਂ ਪਹਿਲਾਂ ਵੀ ਰੱਖੀ ਗਈ ਸੀ, ਉਹ ਰੱਦ ਕਰ ਦਿੱਤੀ ਸੀ। ਅੱਜ ਦੀ ਮੀਟਿੰਗ ਵਿੱਚੋਂ ਕੀ ਨਿਕਲਿਆ, ਕਿਹੜੇ ਫੈਸਲੇ ਲਏ ਗਏ? ਦੇਖੋ, ਜਿਹੜਾ ਕੇਂਦਰ ਦੇ ਵਿੱਚ ਵੀ ਹੁਣ ਤਾਂ ਮੀਟਿੰਗ ਰੱਖਦੇ ਪਏ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ, ਉਹਨਾਂ ਨਾਲ ਮੀਟਿੰਗ ਕਰਕੇ ਕੁਝ ਗੱਲਾਂ ਕਰਨਗੇ, ਫਿਰ ਇਹ ਭਰਮ ਪਾਉਣਗੇ ਕਿ ਮੈਂ ਕਿਸਾਨਾਂ ਦਾ ਬਹੁਤ ਚਹੇਤਾ ਆਗੂ ਹਾਂ। ਇੱਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਇੱਕ ਮੀਟਿੰਗ ਕੀਤੀ, ਰੱਖੀ ਤੇ ਰੱਦ ਕਰ ਦਿੱਤੀ। ਅੱਜ ਮੀਟਿੰਗ ਹੋਈ ਆ, ਉੱਥੇ ਫੈਸਲਾ ਹੋ ਗਿਆ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿਆਂਗੇ ਜੀ। ਫੈਸਲਾ ਹੀ ਆ, ਲਾਗੂ ਤਾਂ ਨਹੀਂ ਹੋ ਗਿਆ। ਬਿਲਕੁਲ। ਅੱਗੇ ਬਹੁਤ ਸਾਰੇ ਫੈਸਲੇ ਆ ਜਿਹੜੇ ਇਹ ਕਹਿੰਦੇ ਅਸੀਂ ਫੈਸਲਾ ਕਰਤਾ, ਲੋਕਾਂ ਨੂੰ ਆਹ ਦੇ ਦਿੱਤਾ। ਲੋਕੀ ਕਹਿੰਦੇ ਜੀ ਫੈਸਲਾ ਹੀ ਤੁਹਾਂ ਦਿੱਤਾ, ਅੱਗੋਂ ਮਿਲਿਆ ਕੁਛ ਨਹੀਂ। ਬਹੁਤ ਸਾਰੇ ਫੈਸਲੇ ਗਿਣਾਏ ਜਾ ਸਕਦੇ ਆ ਜਿਹੜੇ ਹੋਏ ਆ ਪਰ ਅਮਲ 'ਚ ਲਾਗੂ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਮੈਂ ਕਰਜ਼ੇ ਮਾਫ ਕਰੂੰ, ਸਾਰੇ ਕਰਜ਼ੇ ਆਖਿਆ ਸੀ, ਸਾਰੇ ਤਾਂ ਕਰ ਨਹੀਂ ਸਕਿਆ, ਥੋੜ੍ਹੇ ਬਹੁਤ ਕੀਤੇ। ਕਹਿਤਾ ਕਿ ਇੰਨੇ ਏਕੜ ਤੱਕ ਕਰਨੇ, ਬਾਕੀ ਨਹੀਂ ਕਰਨੇ। ਇਹ ਵੀ ਕਹਿਤਾ ਕਿ ਇੰਨੇ ਏਕੜ ਤੱਕ ਮਾਲਕੀ ਵਾਲਿਆਂ ਦੇ ਵੀ ਕਰਨੇ ਹੋਏ ਤੇ 2-2 ਲੱਖ ਤੱਕ ਕਰਨੇ, ਜਿਹਦਾ 20 ਲੱਖ ਹੈ ਉਹਦੇ ਵੀ 2 ਲੱਖ ਕਰਾਂਗੇ, ਜਿਹਦਾ 12 ਲੱਖ ਉਹਦਾ ਵੀ 2 ਲੱਖ ਕਰਾਂਗੇ, ਜਿਹਦਾ ਹੋਵੇਗਾ 1.5 ਲੱਖ ਉਹਦਾ ਸਾਰਾ ਕਰ ਦਿਆਂਗੇ, ਕਿਉਂਕਿ 2 ਲੱਖ ਹੈ ਹੀ ਨਹੀਂ ਤੇ ਮਾਫ ਕਿੱਥੋਂ ਕਰਨਾ। ਉਹ ਲੋਕਾਂ ਦੇ ਉਹਨੇ ਕੁਛ ਕੀਤੇ ਸੀ, ਕੁਛ ਰਹਿ ਗਏ ਸੀ। ਹੁਣ ਸਰਕਾਰ ਆਖੀ ਵੀ ਜਾਵੇ ਕਿ ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਤੁਸੀਂ ਜ਼ਰੂਰ ਕਰ ਦਿਓਗੇ, ਅਸੀਂ ਤੁਹਾਡੀ ਨੀਤ ਤੇ ਸ਼ੱਕ ਬਿਲਕੁਲ ਨਹੀਂ ਕਰਦੇ। ਪਰ ਲੋਕ ਪੁੱਛਣਗੇ ਤੁਸੀਂ ਕਿ ਤੁਹਾਡੇ ਕੋਲ ਖਜ਼ਾਨਾ ਮੰਤਰੀ ਕਿੱਦਾਂ ਦਾ? ਉਹ ਕਾਲੀਆਂ 'ਚ ਹੁੰਦਾ ਸੀ ਤਾਂ ਵੀ ਬੌੜੀ ਕਰਦਾ ਸੀ, ਖਜ਼ਾਨਾ ਤਾਂ ਖਾਲੀ ਹੈ। ਤੁਹਾਡੇ 'ਚ ਆਇਆ ਤੇ ਤਾਂ ਵੀ 4.5 ਸਾਲ ਇਹੋ ਹੀ ਕਹਿੰਦੇ ਰਿਹਾ ਖਜ਼ਾਨਾ ਤਾਂ ਖਾਲੀ ਹੈ, ਖਜ਼ਾਨੇ ਦੇ ਵਿੱਚ ਹੈ ਹੀ ਕੱਖ ਨਹੀਂ। ਜੇ ਹੁਣ ਤੱਕ ਖਜ਼ਾਨੇ 'ਚ ਚੂਹੇ ਭੁੜਕਦੇ ਸੀ ਤੇ ਰਾਤੋਂ ਰਾਤ ਮਨਪ੍ਰੀਤ ਸਿੰਘ ਬਾਦਲ ਨੇ ਕਿਹੜਾ ਬੈਂਕ ਲੁੱਟ ਕੇ ਲੈ ਆਂਦਾ, ਇਹਨਾਂ ਪੈਸਾ ਕਿੱਥੋਂ ਆ ਜਾਏਗਾ? ਪੈਸਾ ਪੰਜਾਬ ਦੇ ਖਜ਼ਾਨੇ 'ਚ ਹੈ ਨਹੀਂ। ਵੰਡਣ ਲੱਗਿਆ ਇਹ ਹਾਤਮਤਾਈ ਦੀ ਔਲਾਦ ਬਣੇ, ਹਰ ਇੱਕ ਨੂੰ ਦੇਈ ਜਾਂਦੇ ਨੇ ਜੀ। ਮੈਂ ਕਿਸਾਨਾਂ ਦੇ ਪੱਖ 'ਚ ਆ ਕੇ ਉਹਨਾਂ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਆ, ਪਰ ਗੱਲ ਤੇ ਉਹ ਕਰੋ ਜਿਹੜੀ ਤੁਸੀਂ ਕਰ ਸਕਦੇ। ਅੱਜ ਤੁਸੀਂ ਵਾਅਦਾ ਕਰਦੇ ਹੋ, ਭਲਕੇ ਅਖਬਾਰਾਂ 'ਚ ਇਸ਼ਤਿਹਾਰ ਛਪਾ ਦਿਓ ਚਰਨਜੀਤ ਸਿੰਘ ਚੰਨੀ ਕਰਦਾ ਮਸਲੇ ਹੱਲ, ਤੇ ਪਰਸੋਂ ਨੂੰ ਉਹ ਕਹਿਣ ਮਸਲਿਆਂ ਦਾ ਸਿਰਫ ਵਾਅਦਾ ਹੀ ਆ, ਦਿੱਤਾ ਤੇ ਕੱਖ ਵੀ ਨਹੀਂ। ਫਿਰ ਪੋਜੀਸ਼ਨ ਕਿਹਦੀ ਖਰਾਬ ਹੋਣੀ ਹੈ ਜੀ। ਇਹ ਸੋਚ ਕੇ ਚੱਲਣਾ ਚਾਹੀਦਾ। ਸਰਕਾਰ ਲੱਗਦਾ ਇਹ ਹੈ ਕਿ ਸੋਚ ਕੇ ਨਹੀਂ ਚੱਲ ਰਹੀ ਜੀ। ਇਹ ਗੱਲ ਪੰਨੂ ਸਾਹਿਬ ਬਿਲਕੁਲ ਠੀਕ ਹੈ, ਸਰਕਾਰ ਇੱਥੇ ਸੋਚਣਾ ਜ਼ਰੂਰ ਬਣਦਾ, ਕਿਉਂਕਿ ਵਾਅਦੇ ਸਿਰਫ ਕੀਤੇ ਜਾ ਰਹੇ ਤੇ ਪੂਰੇ ਹੁੰਦੇ ਨਹੀਂ। ਨੇਤਰਹੀਣ ਵੀ ਤਾਂ ਗੋਦ ਲੈਣ ਵਾਲੀ ਗੱਲ ਕਹੀ ਸੀ, ਅਜੇ ਤੱਕ ਉੱਦਾਂ ਹੀ ਬੈਠੇ ਪਏ ਆ। ਨੇਤਰਹੀਣ ਤੇ ਇਸ ਵੇਲੇ ਜਿੰਨੇ ਦੁਖੀ ਨੇ ਜੀ,
ਇੱਕ ਤਾਂ ਉਹਨਾਂ ਨਾਲ ਰੱਬ ਨੇ ਜ਼ਿਆਦਤੀ ਕੀਤੀ। ਮੈਂ ਨਵਜੀਤ ਜੀ ਮੁਆਫ ਕਰਨਾ, ਤੁਹਾਨੂੰ ਸਮਾਂ ਲੈ ਰਿਹਾ। ਅੱਜ ਦੀ ਦੁਨੀਆ ਦੇ ਵਿੱਚ ਕੋਈ ਅੰਗਹੀਣ ਹੋਵੇ ਉਹਨੂੰ ਅੰਗਹੀਣ ਨਹੀਂ ਆਖਿਆ ਜਾ ਸਕਦਾ ਜੀ। ਸਾਰੀ ਦੁਨੀਆ ਕਹਿੰਦੀ ਹੀ ਇਜ਼ ਚੈਲੰਜਡ ਪਰਸਨ। ਚੈਲੰਜ ਦਾ ਮਤਲਬ ਇਹ ਹੈ ਇਹਦੇ ਸਾਹਮਣੇ ਕੁਦਰਤ ਨੇ ਇੱਕ ਚੁਣੌਤੀ ਪੇਸ਼ ਕੀਤੀ ਹੈ। ਇਹਦੀ ਬਦਕਿਸਮਤੀ ਕਿ ਇਹਦੇ ਅੱਗੇ ਚੁਣੌਤੀ ਪੇਸ਼ ਹੋਈ ਆ, ਸਾਡੀ ਖੁਸ਼ਕਿਸਮਤੀ ਕਿ ਸਾਡੇ ਅੱਗੇ ਚੁਣੌਤੀ ਪੇਸ਼ ਨਹੀਂ ਹੋਈ ਜੀ। ਪਰ ਉਹਨੂੰ ਚੈਲੰਜ ਪਰਸਨ ਇਸ ਕਰਕੇ ਕਹਿੰਦੇ ਆ ਕਿ ਸਾਡੇ ਉੱਤੇ ਇੱਕ ਮੋਰਲ ਰਿਸਪੌਂਸਿਬਿਲਟੀ ਆ, ਇੱਕ ਸਾਡੇ ਜ਼ਮੀਰ ਦੇ ਉੱਤੇ ਬੋਝ ਆ ਕਿ ਇਹ ਜਿਹੜਾ ਕੁਦਰਤ ਦੀ ਚੁਣੌਤੀ ਦਾ ਮੁਕਾਬਲਾ ਕਰ ਰਿਹਾ ਅਸੀਂ ਇਹਦੀ ਮਦਦ ਕਰੀਏ। ਜੇ ਇਹ ਸਰਕਾਰ ਉਹਨਾਂ ਨੂੰ ਕਹਿ ਕੇ ਕਿ ਮੈਂ ਤੁਹਾਨੂੰ ਗੋਦ ਲੈ ਲਿਆ ਤੇ ਜਿਹੜੇ ਗੋਦ ਲਏ ਉਹ ਬਾਹਰ ਸੜਕ ਦੇ ਉੱਤੇ ਠੰਡ 'ਚ ਬੈਠੇ ਰਾਤਾਂ ਵੀ ਉੱਥੇ ਕੱਟਦੇ ਹੋਣ ਤੇ ਮੁੱਖ ਮੰਤਰੀ ਨੂੰ ਚਿੰਤਾ ਹੀ ਨਾ ਹੋਵੇ ਤੇ ਫਿਰ ਗੋਦ ਲਿਆਂ ਦਾ ਕੀ ਫਾਇਦਾ। ਇਹ ਜਿਹੜੀ ਸਰਕਾਰ ਰੋਜ਼ ਆਖਣਾ ਸੀ ਆਹ ਕਰਦੇ ਆ ਲੋਕੀ ਕਹਿਣਗੇ ਨਾ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਤੁਸੀਂ ਜੋ ਕੁਝ ਕਰਦੇ ਪਏ ਇਹਦੇ 'ਚ ਇੱਕ ਕੁੜੀ ਇਸ ਵੇਲੇ ਉਹਨੇ ਦੀਵਾਲੀ ਦੇ ਉੱਤੇ ਕਰਵਾ ਚੌਥ ਦਾ ਵਰਤ ਵੀ ਅੱਧ ਅਸਮਾਨੇ ਤਾਰਿਆਂ ਦੀ ਛਾਵੇਂ ਮਨਾਇਆ ਸੀ ਜੀ। ਉਹ ਵੀ ਕਿਸੇ ਦੀ ਧੀ ਹੈ ਕਿ ਉਹਦੀ ਚਿੰਤਾ ਕਿਸੇ ਨੇ ਕੀਤੀ ਹੈ। ਆ ਪੰਜਾਬ ਦੇ 17 ਮੰਤਰੀ ਗਿੜਦ ਕਰਦੇ ਭੱਜੇ ਫਿਰਦੇ ਹੋ ਪੈਸੇ ਇਕੱਠੇ ਕਰਨ ਵਿੱਚ ਤੇ ਤੁਹਾਡੇ ਚੋਂ ਕਿਸੇ ਇੱਕ ਅੱਧੇ ਨੇ ਭਾਵੇਂ ਕਸਰ ਛੱਡੀ ਹੋਵੇ। ਸਾਰਿਆਂ ਦੇ ਬਾਰੇ ਲੋਕੀ ਗੱਲਾਂ ਕਰਦੇ ਨੇ ਪਰ ਤੁਸੀਂ ਇਹ ਤਾਂ ਦੱਸ ਦਿਓ ਕਿ ਉਸ ਕੁੜੀ ਦਾ ਪਤਾ ਲੈਣ ਵਾਸਤੇ ਗਏ ਹੋ। ਜੇ ਹੋਰ ਕੋਈ ਨਹੀਂ ਸੀ ਜਾ ਸਕਦਾ, ਜਿਹੜੀਆਂ ਦੋ ਬੀਬੀਆਂ ਇਸ ਸਰਕਾਰ 'ਚ ਬੈਠੀਆਂ ਇਹੋ ਹੀ ਚਲੀਆਂ ਜਾਂਦੀਆਂ, ਕੋਈ ਤਾਂ ਜਾਂਦਾ ਜੀ। ਐਡੀ ਜ਼ਮੀਰ ਮਰ ਗਈ ਹੈ ਉਹਦੇ ਕੋਲ ਵੀ ਕੋਈ ਨਹੀਂ ਗਿਆ। ਉਹ ਨੇਤਰਹੀਣ ਨੇ ਤਰਲੇ ਕੱਢਦੇ ਪਏ ਨੇ। ਰੱਬ ਨੇ ਚੁਣੌਤੀ ਪੇਸ਼ ਕੀਤੀ ਹੈ, ਕੁਦਰਤ ਨੇ ਚੁਣੌਤੀ ਪੇਸ਼ ਕੀਤੀ ਹੈ, ਸਰੀਰਕ ਮਜਬੂਰੀ ਹੈ। ਇਹ ਕਹਿਣਾ ਕਿ ਅਸੀਂ ਤੁਹਾਨੂੰ ਗੋਦ ਲੈ ਲਿਆ, ਗੋਦ ਲੈ ਕੇ ਤੇ ਸੁੱਟ ਦੇਣਾ। ਆ ਪਰਸੋਂ ਚੌਥ ਇੱਕ ਖਬਰ ਆਈ ਆ, ਇੱਕ ਮਾਂ ਨੇ ਆਪਣਾ ਬੱਚਾ ਸੁੱਟ ਦਿੱਤਾ, ਉਹ ਸੁੱਟ ਕੇ ਤੁਰ ਗਈ ਤੇ ਸਾਰੀ ਰਾਤ ਇੱਕ ਕੁੱਤੀ ਲਾਗੇ ਬੈਠ ਕੇ ਉਸ ਬੱਚੇ ਦੀ ਰਾਖੀ ਕਰਦੀ ਰਹੀ ਤੇ ਬੱਚਾ ਠੰਡ 'ਚ ਫਿਰ ਵੀ ਬਚ ਗਿਆ। ਜੀ ਜੀ। ਕੀ ਹੁਣ ਪੰਜਾਬ ਦੇ ਵਿੱਚ ਲੋਕਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਇਹ ਆਖਿਆ ਜਾਵੇ ਕਿ ਗੋਦ ਤੁਹਾਨੂੰ ਲਿਆ ਪਰ ਉਹ ਜਾ ਕੇ ਸੜਕ ਤੇ ਪੈ ਜਾਓ ਲੰਮੇ। ਇਹ ਜੋ ਕੁਛ ਲੋਕਾਂ ਨਾਲ ਵਾਪਰ ਰਿਹਾ, ਕੱਲ੍ਹ ਨੂੰ ਚੋਣਾਂ 'ਚ ਇਹ ਸਾਰੀਆਂ ਗੱਲਾਂ ਗਿਣਤੀ 'ਚ ਆਉਣੀਆਂ। ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਬੋਲ ਰਿਹਾ ਜੀ, ਮੈਂ ਉਸ ਸਿਸਟਮ ਦੇ ਖਿਲਾਫ ਬੋਲ ਰਿਹਾ ਜਿਹੜੇ ਸਿਸਟਮ 'ਚ ਇਹਨਾਂ ਬੱਚਿਆਂ ਨੂੰ ਜ਼ਲੀਲ ਕੀਤਾ ਜਾ ਰਿਹਾ। ਸ਼ਰਮ ਹੋਣੀ ਚਾਹੀਦੀ। ਸਿਸਟਮ ਵਾਕਈ ਪੰਨੂ ਸਾਹਿਬ ਬਹੁਤ ਖਰਾਬ ਹੈ ਪਰ ਦੇਖਦੇ ਆਉਣ ਵਾਲੇ ਸਮੇਂ 'ਚ ਕਦੋਂ ਕੁ ਠੀਕ ਹੁੰਦਾ ਹੈ। ਪਰ ਤੁਸੀਂ ਸਾਰੇ ਖਬਰਾਂ ਤੇ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।